ਮਾਂ ਬਾਰੇ ਇੱਕ ਵਹਿਣ 'ਚ ਮੈਂ ਵਗ ਗਿਆ ਜਦੋਂ ਮੈਂ ਇੱਕ ਜਗ੍ਹਾ ਇੱਕ ਕਵਿਤਾ ਪੜ੍ਹ ਰਿਹਾ ਸੀ। ਮਾਂ ਤਾਂ ਹੁੰਦੀ ਹੈ ਮਾਂ, ਪਸ਼ੂ ਤੋਂ ਮਾੜੀ ਨਹੀਂ। ਅੰਮੜੀਏ ਆਦਮ ਦੀ ਮਾਂ, ਤੇਰਾ ਮੇਰਾ ਕੀ ਹੈ ਰਿਸ਼ਤਾ, ਇਸ ਬਾਰੇ ਕੀ ਕਹਾਂ। ਮਾਂ ਤਾਂ ਹੁੰਦੀ ਹੈ ਛਾਂ, ਛਾਂ ਕਦੇ ਕਸਦੀ ਤੇ ਨਾ, ਤੇਰੇ ਸੁੱਚੇ ਦੁੱਧ ਵਰਗਾ ਹੀ ਤੇਰਾ ਸੁੱਚਾ ਹੈ ਨਾਂ। ਐ ਮਾਂ, ਹੇ ਮੇਰੀ ਮਾਂ, ਗਮ ਦੇ ਸਹਿਰਾਵਾਂ 'ਚ ਪੁੱਜਿਆ ਮੈਂ ਹਾਂ ਪੰਛੀ ਬੇਜ਼ੁਬਾਂ। ਦੋ ਕੁ ਪਲ ਜੇ ਦੇਵੇਂ ਇਜਾਜ਼ਤ, ਤੇਰੀ ਛਾਵੇਂ ਬਹਿ ਜਾ। ਮਾਂ ਤਾਂ ਹੁੰਦੀ ਹੈ ਛਾਂ, ਛਾਂ ਕਦੇ ਕਸਦੀ ਤੇ ਨਾ, ਮਾਂ ਹੈ ਮੇਰੀ ਮਾਂ। ਬੜੇ ਲੋਕਾਂ ਨੂੰ ਸ਼ਿਕਾਇਤ ਹੈ ਮੇਰੇ ਬਾਰੇ, ਇਸ ਦੀਆਂ ਮਾਵਾਂ ਬਹੁਤ ਹਨ। ਮੈਨੂੰ ਇਸ ਸ਼ਿਕਾਇਤ ਸੁਣ ਕੇ ਅੰਦਰੋਂ ਮਾਣ ਚੜ੍ਹਦਾ ਹੈ, ਇਸ ਕਰਕੇ ਕਿ ਮੈਂ ਲੋਕਾਂ ਦੇ ਘਰਾਂ 'ਚ ਦੇਖਦਾ ਲੋਕੀ ਆਪਣੀ ਮਾਂ ਦਾ ਖਿਆਲ ਨਹੀਂ ਰੱਖਦੇ। ਅਸੀਂ ਲੋਕਾਂ ਦੀ ਮਾਂ ਨੂੰ ਆਪਣੀ ਮਾਂ ਬਣਾ ਕੇ ਉਹਦਾ ਖਿਆਲ ਰੱਖਣਾ ਚਾਹੁੰਦੇ ਹਾਂ। ਮੈਂ ਚਾਹੁੰਦਾ ਕਿ ਮੇਰੀ ਨਕਲ ਕਰਕੇ ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਦੀ ਖੇਡ ਸਾਨੂੰ ਸਭ ਨੂੰ ਆ ਜਾਏ। ਮੈਂ ਚਾਹੁੰਦਾ ਕਿ ਅਸੀਂ ਇਹ ਸ਼ਰਾਰਤ ਭਰੀ ਜ਼ਿੰਦਗੀ ਤੋਂ ਬਾਜ਼ ਆ ਜਾਈਏ ਕਿ ਅਸੀਂ ਆਪਣੀ ਮਾਂ ਦਾ ਵੀ ਖਿਆਲ ਨਹੀਂ ਰੱਖਦੇ। ਮੈਂ ਚਾਹੁੰਦਾ ਕਿ ਸਾਨੂੰ ਜਿਹੜੀ ਮਾਂ ਮਿਲੇ ਉਹਦਾ ਚਿੱਤ ਕਰੇ ਕਿ ਮੇਰੀ ਗੋਦ ਬਹਿ ਜਾ। ਅਸੀਂ ਸਿਰਫ ਹੋਰਾਂ ਦੀਆਂ ਕਹਾਣੀਆਂ ਸੁਣਦੇ ਹਾਂ। ਅਸੀਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਫਲਾਣੀ ਦੀ ਗੋਦੀ 'ਚ ਬੈਠ ਗਏ ਸਨ। ਅਸੀਂ ਗੁਰੂ ਤੇ ਨਹੀਂ ਬਣ ਸਕਦੇ ਹਾਂ, ਪਰ ਇਹ ਜੀਵਨ ਜਾਚ ਤੇ ਸਿੱਖ ਸਕਦੇ ਹਾਂ। ਸਿਰਫ ਅਸੀਂ ਦੂਸਰਿਆਂ ਦੀਆਂ ਮਾਵਾਂ ਨੂੰ ਫਿਲਮਾਂ ਵਿੱਚ ਰੁਲਦਿਆਂ ਤੱਕੀਏ ਔਰ ਆਪਣੇ ਜੀਵਨ ਵਿੱਚ ਵੀ ਰੁਲਦਿਆਂ ਤੱਕੀਏ, ਕੋਈ ਉਪਰਾਲਾ ਨਾ ਕਰੀਏ ਉਹਨਾਂ ਬਾਰੇ। ਇਹ ਮੇਰੀ ਮਾਂ, ਇਹਨਾਂ ਨੇ ਮੈਨੂੰ ਸਾਂਝ ਕੀਤੀ, ਮੈਨੂੰ ਪੁਆਇੰਟਸ ਦਿੱਤੇ। ਟੌਪਿਕ ਅਸੀਂ ਲਿਆ ਸੀ ਆਪਣੇ ਡਰ ਅਤੇ ਪਿਆਰ, ਕਰਮੀ ਸਹਿਜ ਨਾ ਉਪਜੇ। ਸ਼ੀ ਟੋਲਡ ਮੀ ਕਿ ਪਿਛਲੀ ਵਾਰੀ ਇਹ ਸੈਮੀਨਾਰ ਕਰ ਰਹੇ ਹੈ, ਕਦੇ ਇਹ ਵੀ ਟੌਪਿਕ ਲੈ। ਉਹ ਮੇਰੇ ਨਾਲ ਆਏ ਨੇ, ਵੀਰ ਜੀ ਬੋਲ ਰਹੇ ਨੇ, ਔਰ ਵੀਰ ਜੀ ਦੀ ਮਾਂ ਨੂੰ ਸਤਿਕਾਰ ਸਟੇਜ ਤੇ ਦੇਣਾ ਹੈ। ਮੈਨੂੰ ਪੁੱਛਦੇ ਸੀ ਅਸੀਂ ਸਿਰੋਪਾ ਦੇਣਾ ਚਾਹੁੰਦੇ ਹਾਂ। ਮੈਂ ਕਿਹਾ ਫॉर गॉड ਸੇਕ, ਜਦੋਂ ਅਸੀਂ ਗੁਰਦੁਆਰਿਆਂ 'ਚ ਕੀਰਤਨ ਕਰਦੇ ਹਾਂ ਅਸੀਂ ਕਹਿੰਦੇ ਹਾਂ ਸਾਨੂੰ ਸਿਰੋਪਾ ਨਹੀਂ ਚਾਹੀਦਾ, ਅਸੀਂ ਨਹੀਂ ਕਿਸੇ ਨੂੰ ਕੋਈ ਸਿਰੋਪਾ ਦੇ ਸਕਦੇ ਹਾਂ। ਤੇ ਵੀਰ ਜੀ ਦੀ ਮਾਂ ਹੈ ਤੇ ਇਸ ਕਰਕੇ ਇੱਕ ਪ੍ਰੋਗਰਾਮ ਬਣਾ ਕੇ ਵਾਹ ਕਰ ਲਈਏ, ਨਹੀਂ। ਇਹ ਸਿਰਫ ਇਸ ਕਰਕੇ ਹੈ ਕਿ ਤੁਹਾਨੂੰ ਸਭ ਨੂੰ ਲਿਲ ਲੱਗ ਜਾਏ ਕਿ ਅਸੀਂ ਐਸੇ ਕਰਮ ਕਰਿਆ ਕਰੀਏ ਜਿਹਦੇ ਵਿੱਚ ਅਸੀਂ ਆਪਣੀ ਮਾਂ ਨੂੰ ਪਾਰਟਿਸਿਪੇਟ ਕਰਾ ਕੇ ਆਪਣੀ ਮਾਂ ਦੀ ਇੱਜ਼ਤ ਲੈ ਸਕਿਆ ਕਰੀਏ। ਅਸੀਂ ਐਸੇ ਕੰਮ ਕਰਦੇ ਹਾਂ ਦੁਨੀਆ ਵਿੱਚ, ਸ਼ਰਾਬਾਂ ਦੀਆਂ ਪਾਰਟੀਆਂ ਵਿੱਚ ਅੰਡਰਗਰਾਊਂਡ ਮਿਲ ਕੇ ਕਰੋੜਾਂ ਰੁਪਏ ਦੀ ਅਸੀਂ ਡੀਲ ਬਣਾ ਲੈਂਦੇ ਹਾਂ, ਪਰ ਉਸ ਕਾਮਯਾਬੀ 'ਚ ਖੜਾ ਨਹੀਂ ਕਰ ਸਕਦੇ ਹਾਂ। ਅਸੀਂ ਕਿੱਟੀ ਪਾਰਟੀ 'ਚ ਜਾਂਦੇ ਹਾਂ, ਅਸੀਂ ਉੱਥੇ ਅੰਦਰ ਖਾਨੇ ਆਪਣੀਆਂ ਗਰਲਫਰੈਂਡਸ ਬਣਾ ਲੈਂਦੇ ਹਾਂ, ਅਸੀਂ ਉੱਥੇ ਗੋਪੀਆਂ ਦੇ ਕਾਨ ਬਣੇ ਫਿਰਦੇ ਹਾਂ, ਪਰ ਉਸ ਵਿੱਚ ਆਪਣੀ ਮਾਂ ਦੀ ਸਾਂਝ ਨਹੀਂ ਕਰਾ ਸਕਦੇ ਹਾਂ। ਅਸੀਂ ਜੋ ਕੁਝ ਵੀ ਕਰਦੇ ਹਾਂ ਅਸੀਂ ਉਹਦੇ ਵਿੱਚ ਆਪਣੀ ਮਾਂ ਦੀ ਸਾਂਝ ਨਹੀਂ ਕਰਾ ਸਕਦੇ ਹਾਂ। ਕਿ ਚਲਾਏ ਉੱਪਰ ਕਾਲੀਏ, ਸਾਨੂੰ ਸਭ ਨੂੰ ਇਹ ਸ਼ੌਂਕ ਚੜ੍ਹ ਜਾਏ ਕਿ ਮੇਰੀ ਮਾਂ ਦੀ ਵੀ ਇੰਝ ਇੱਜ਼ਤ ਹੋਏਗੀ, ਅਸੀਂ ਇਸ ਤਰ੍ਹਾਂ ਕਰੀਏ। ਅਤੇ ਮਾਵਾਂ ਨੂੰ ਵੀ ਇਹ ਚਾਅ ਚੜ੍ਹ ਜਾਏ ਕਿ ਮੈਂ ਆਪਣਾ ਪੁੱਤਰ ਐਸਾ ਬਣਾਵਾਂ ਕਿ ਮੇਰਾ ਪੁੱਤਰ ਚੰਗੇ ਕੰਮ ਕਰਿਆ ਕਰੇ, ਸ਼ਰਾਬਾਂ ਨਾ ਪੀਂਦਾ ਰਿਹਾ ਕਰੇ। ਮੇਰੀ ਵੀ ਨੱਕ ਨੀਵੀਂ ਹੋ ਜਾਂਦੀ ਹੈ, ਮੈਂ ਵੀ ਸ਼ਾਮੀ ਉਡੀਕਦੀ ਰਹਿੰਦੀ ਹਾਂ, ਨੂੰ ਵੀ ਉਡੀਕਦੀ ਰਹਿੰਦੀ ਹੈ। ਅਸੀਂ ਘਰ ਇਕੱਲੀਆਂ ਰਹਿ ਜਾਂਦੀਆਂ ਵਾ। ਅਤੇ ਇਸ ਕਰਕੇ ਬਚਪਨ ਤੋਂ ਮਾਂ ਨੂੰ ਆਪਣੀ ਛਾਂ ਹੇਠਾਂ ਬਿਠਾਉਣਾ ਪਏਗਾ। ਸਿਰਫ ਦੁਨਿਆਵੀ ਪੜ੍ਹਾਈ ਕੋਈ ਕੰਮ ਨਹੀਂ ਕਰਦੀ, ਸਿਰਫ ਦੁਨਿਆਵੀ ਕਾਮਯਾਬੀ ਔਰ ਪੈਸਾ ਕੋਈ ਕੰਮ ਨਹੀਂ ਕਰਦਾ। ਆਪਣੇ ਘਰ ਨੂੰ ਅਸਾਂ ਘਰ ਬਣਾਉਣਾ ਹੈ। ਇਹ ਸੈਮੀਨਾਰ ਵਿੱਚ ਜਿਤਨੀਆਂ ਮਾਵਾਂ ਆਉਂਦੀਆਂ ਨੇ, ਇਹ ਸਾਰੀਆਂ ਮਾਵਾਂ, ਸਭ ਨੂੰ ਮੈਂ ਮੰਮੀ ਕਹਿ ਕੇ ਆਪਣਾ ਲਾਡ ਪੂਰਾ ਕਰਦਾ। ਪਰ ਜੋ ਮੈਂ ਆਪਣੀ ਮਾਂ ਕੋਲੋਂ ਸਿੱਖਿਆ, ਜੋ ਬੈਂਕਾਕ ਮੇਰੀ ਪ੍ਰਕਾਸ਼ ਕੌਰ ਤਾਤਾ ਮੰਮੀ ਕੋਲੋਂ ਸਿੱਖਿਆ, ਅਤੇ ਜੋ ਸਾਰਿਆਂ ਕੋਲੋਂ ਸਿੱਖ ਕੇ ਮੈਂ ਸਾਰਿਆਂ ਦੇ ਨਾਲ ਲਾਡ ਪਿਆਰ ਬਣਾਉਂਦਾ, ਮੇਰੀ ਜੱਫੀ ਇੰਨੀ ਚੌੜੀ ਹੋ ਗਈ ਹੈ, ਸਾਰੇ ਮੈਨੂੰ ਪਿਆਰ ਕਰਦੇ ਨੇ। ਇਹ ਵਾਲਾ ਪਿਆਰ ਅਸੀਂ ਸਿੱਖ ਸਕਦੇ ਹਾਂ। ਇਸੇ ਨੂੰ ਵੰਡ ਛਕਣਾ ਕਹਿੰਦੇ ਨੇ, ਇਸੇ ਨੂੰ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਨਾ। ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਅਸੀਂ ਜੀ ਸਕਨੇ ਹਾਂ। ਅਸੀਂ ਇਸ ਨੂੰ ਟਰਾਈ ਤੇ ਕਰੀਏ।
ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਦੂਜੇ ਦੀ ਮਾਂ ਸਾਨੂੰ ਮਾਂ ਨਹੀਂ ਲੱਗਦੀ, ਕਿਸੇ ਗਰੀਬ ਦੀ ਮਾਂ ਸਾਨੂੰ ਮਾਂ ਨਹੀਂ ਲੱਗਦੀ, ਅਸੀਂ ਉੱਥੇ ਗੋਲਕ ਵਿੱਚ ਪੈਸੇ ਪਾਉਂਦੇ ਹਾਂ, ਅਸੀਂ ਲੰਗਰ ਕਰਾਉਂਦੇ ਹਾਂ। ਪਰ ਕਿਸੇ ਗਰੀਬਣੀ ਦਾ, ਮੈਂ ਇੱਕ ਵਾਰੀ ਇਹ ਸ਼ੇਅਰ ਕੀਤਾ ਸੀ ਕਿ ਇੱਕ ਮੁੰਡਾ ਮੈਨੂੰ ਕਹਿੰਦਾ ਨਿਊਯਾਰਕ ਵਿੱਚ, ਵੀਰ ਜੀ ਮੇਰੀ ਮਾਂ ਨੂੰ 8 ਸਾਲ ਹੋ ਗਏ ਨੇ ਮਿਲਿਆ, ਪਰ ਹੁਣ ਖਬਰ ਆਈ ਹੈ ਪਿਛਲੇ ਸਾਲ ਕਿ ਮੇਰੀ ਮਾਂ ਪੂਰੀ ਹੋ ਗਈ ਹੈ ਅਤੇ ਅੱਜ ਸਾਲ ਪੂਰਾ ਹੋਇਆ, ਮੈਂ ਉਹਦੇ ਵਾਸਤੇ ਅਖੰਡ ਪਾਠ ਕਰਾਉਣਾ ਚਾਹੁੰਦਾ। ਮੈਂ ਕਿਹਾ ਕਿਉਂ? ਕਹਿੰਦਾ ਇਸ ਕਰਕੇ ਕਿ ਜਦੋਂ ਜਿੰਦੀ ਸੀ ਔਰ 8 ਸਾਲ ਪਹਿਲਾਂ ਮੈਂ ਇੰਡੀਆ ਉਹਦੇ ਕੋਲ ਰਹਿੰਦਾ ਸੀ ਅਤੇ ਮੈਂ ਉਹਨੂੰ ਕਰਸ ਕਰਦਾ ਸੀ, ਗੁੱਸਾ ਕਰਦਾ ਸੀ, ਹੋਰ ਦੂਜੀ ਨੂੰਹ ਦੀ ਸੇਵਾ ਕਰ, ਹੋਰ ਪੁੱਤਰਾਂ ਦੀ ਸੇਵਾ ਕਰ, ਦੇਖ ਤੂੰ ਸਿਹਤ ਕਰਕੇ ਮਾੜੀ ਹੋ ਗਈ ਹੈ ਅਤੇ ਮੈਂ ਤੇਰੀ ਸੇਵਾ ਕਿਉਂ ਕਰਾਂ। ਮੈਂ ਉਸ ਤੋਂ ਐਕਿਊਜ਼ ਕਰਦਾ ਸੀ, ਪਰ ਅੱਜ ਮੈਨੂੰ ਗਿਲਟ ਤੰਗ ਕਰ ਰਿਹਾ, ਮੈਂ ਆਪਣੀ ਮਾਂ ਵਾਸਤੇ ਅਖੰਡ ਪਾਠ ਰਖਾਉਣਾ ਚਾਹੁੰਦਾ, ਮੈਂ ਕੀ ਕਰਾਂ। ਮੈਂ ਉਸ ਨੂੰ ਕਿਹਾ ਮੇਰੇ ਵੀਰ ਤੂੰ ਚਾਹੁੰਦਾ ਹੈ ਨਾ, ਤੇਰੀ ਮਾਂ ਤੇ ਪਤਾ ਨਹੀਂ ਹੁਣ ਕਿੱਥੇ ਗਈ, ਮੁੜ ਕੇ ਮਿਲੇਗੀ ਨਹੀਂ। ਪਤਾ ਕੀ ਕਰ, ਧਰਤੀ ਤੇ ਕਿਸੇ ਲੋੜਵੰਦ ਮਾਂ ਨੂੰ ਮਾਂ ਬਣਾ ਲੈ, ਤੇ ਜੋ ਆਪਣੀ ਮਾਂ ਨਾਲ ਨਹੀਂ ਕਰ ਸਕਿਆ ਨਾ, ਸਭ ਕੁਝ ਉਹਦੇ ਨਾਲ ਕਰ। ਪਤਾ ਨਹੀਂ ਹੋਏ ਵਾਲੀ ਗੱਲ ਮੰਨ ਕਿਵੇਂ ਗਿਆ, ਪਰ ਮੰਨਣ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਤੇ ਅਖੰਡ ਪਾਠ ਸਾਲ ਵਿੱਚ ਇੱਕ ਰਖਾਣਾ ਸੀ, ਮੇਰਾ ਹੁਣ ਰੋਜ਼ ਅਖੰਡ ਪਾਠ ਹੁੰਦਾ ਹੈ। ਵੈਨ ਆਈ ਮੀਟ ਮੈਨੀ ਮਦਰਸ ਐਂਡ ਵਰਕ ਫॉर them, ਹਰ ਵੇਲੇ ਅਖੰਡ ਪਾਠ ਹੁੰਦਾ ਹੈ, ਹਰ ਵੇਲੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਾ। ਸਾਰੀਆਂ ਮਾਵਾਂ ਉਹ ਅਸੀਂ ਕਾਸ਼ ਇਹ ਸੋਚੀਏ ਕਿ ਮਾਂ ਨੂੰ ਅਸੀਂ ਇਤਨਾ ਸਤਿਕਾਰ ਦਈਏ, ਪਿਆਰ ਦਈਏ, ਨਿੱਘ ਦਈਏ, ਉਹਦਾ ਨਿੱਘ ਮਾਣੀਏ। ਮੈਂ ਪਲੇਨ ਵਿੱਚ ਇਸ ਵਾਰੀ ਜਜ਼ਬਾਤੀ ਸਾਂ ਅਤੇ ਮੈਂ ਮਾਂ ਨੂੰ ਇੱਕ ਸੁਨੇਹਾ ਦੇਣਾ ਸੀ, ਉਸ ਸੁਨੇਹੇ ਦੇ ਨਾਲ ਮਾਂ ਨੂੰ ਇੱਕ ਸ਼ਰਧਾਂਜਲੀ, ਇੱਕ ਸਤਿਕਾਰ, ਇੱਕ ਲਾਡ ਪਿਆਰ ਦੇਣਾ ਸੀ। ਮੈਂ ਜ਼ਿੰਦਗੀ 'ਚ ਪਹਿਲੀ ਦਫਾ ਕਵਿਤਾ ਲਿਖੀ ਹੈ, ਪਤਾ ਨਹੀਂ ਕਿਸ ਜਜ਼ਬਾਤ 'ਚੋਂ ਮੈਨੂੰ ਆਈ ਹੈ। ਕਵਿਤਾ ਮੈਂ ਤੁਹਾਡੇ ਨਾਲ ਸਾਂਝ ਕਰਨਾ ਚਾਹੁੰਦਾ। ਰੱਬੀ ਗੁਣਾਂ ਵਾਲੀ ਹੁੰਦੀ ਹੈ ਮਾਂ। ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਗੋਡ ਕੁਡ ਨਾਟ ਬੀ ਐਵਰੀਵੇਅਰ, ਸੋ ਹੀ ਜਸਟ ਕ੍ਰੀਏਟਿਡ ਮਾਈ ਮਾਮ। ਹਰ ਜਗ੍ਹਾ ਮਾਂ ਦੇ ਦਿੱਤੀ ਨਾ, ਉਹ ਰੱਬੀ ਗੁਣ ਹੁੰਦੇ ਨੇ ਮਾਂ 'ਚ। ਮਾਂ ਦੂਜੇ ਦੇ ਦਰਦ ਨੂੰ ਆਪਣਾ ਦਰਦ ਸਮਝਦੀ ਹੈ, ਮਾਂ ਸਾਰੇ ਬੱਚਿਆਂ ਨੂੰ ਬਰਾਬਰ ਸਮਝਦੀ ਹੈ। ਸਾਨੂੰ ਕਦੇ ਵੀ ਮਾਂ ਨਾਲ ਨਹੀਂ ਰੁੱਸ ਜਾਣਾ ਚਾਹੀਦਾ ਕਿ ਦੂਜੇ ਭੈਣ ਭਰਾ ਦਾ ਜ਼ਿਆਦਾ ਕਰਦੀ ਹੈ, ਮੇਰਾ ਘੱਟ ਕਰਦੀ ਹੈ। ਕਦੇ ਮਾਂ ਪਰ ਇੰਜ ਨਹੀਂ ਆਉਣਾ ਚਾਹੀਦਾ, ਭਾਵੇਂ ਪਿਤਾ ਦੇ ਕਾਰਨ ਸ਼ਾਇਦ ਪੈਸਾ ਉਹਨਾਂ ਨੂੰ ਜ਼ਿਆਦਾ ਦੇ ਦਿੱਤਾ ਗਿਆ ਹੋਵੇ, ਭਾਵੇਂ ਕੋਈ ਵੀ ਵਿਚਕਾਰ ਕਿਸੇ ਦੀ ਬਾਈ ਫੋਰਸ ਜਾਂ ਮਾਂ ਨੂੰ ਦਬਾ ਕੇ ਕੁਝ ਕਰਾ ਲਿਆ ਗਏ, ਪਰ ਉਹਦੇ ਹਿਰਦੇ ਕੋਲੋਂ ਪੁੱਛੋ, ਉਹ ਨਹੀਂ ਵਿਤਕਰਾ ਕਰਨਾ ਚਾਹੁੰਦੀ, ਉਹ ਵੰਡ ਕੇ ਰੱਖਣਾ ਚਾਹੁੰਦੀ ਹੈ। ਔਰ ਕਾਸ਼ ਸਾਰੀਆਂ ਮਾਵਾਂ ਇੰਜ ਹੀ ਹੁੰਦੀਆਂ ਨੇ। ਔਰ ਹੁਣ ਮਾਂ ਕਦੇ ਵੀ ਬੱਚੇ ਕੁਪੁੱਤਰ ਹੋ ਜਾਂਦੇ ਨੇ, ਪਰ ਮਾਂ ਕਦੇ ਕੁਮਾਂ ਨਹੀਂ ਹੁੰਦੀ, ਮਾਪੇ ਕਦੇ ਕੁਮਾਪੇ ਨਹੀਂ ਹੁੰਦੇ। ਇਸ ਕਰਕੇ ਮਾਂ ਦੇ ਬਾਰੇ ਸਾਨੂੰ ਇਹ ਸੋਚਣਾ ਹੀ ਚਾਹੀਦਾ ਕਿ ਮੈਂ ਤੇਰੇ ਵਾਸਤੇ ਕੀ ਕਰਾਂ। ਅਤੇ ਮਾਂ ਦੇ ਜਿਹੜੇ ਰੱਬੀ ਗੁਣ ਨੇ ਉਹਨਾਂ ਨੂੰ ਮਾਣਨਾ ਚਾਹੀਦਾ ਹੈ। ਮਾਂ ਜਦੋਂ ਅਸੀਂ ਘਰਾਂ ਵਿੱਚੋਂ ਨਿਕਲਦੇ ਹਾਂ ਨਾ, ਸਾਨੂੰ ਪਿਆਰ ਕਰਕੇ ਥਾਪੀ ਦੇ ਕੇ ਟੋਰਦੀ ਹੈ, ਜਾ ਧਰਤੀ 'ਤੇ ਜਿੱਥੇ ਜਾਏਗਾ ਕਾਮਯਾਬ ਹੋ ਕੇ ਆਈ। ਤਾਂ ਜਦੋਂ ਅਸੀਂ ਕਾਮਯਾਬ ਹੋ ਕੇ ਆਉਂਦੇ ਹਾਂ, ਸਾਡੀ ਖੁਸ਼ੀਆਂ ਨੂੰ ਮਾਣਨ ਵਾਸਤੇ 2 ਦੇ ਬਦਲੇ 4 ਕਰਨ ਦੀ ਬਜਾਏ 2 ਦੇ ਬਦਲੇ ਲੱਖ ਦੀਆਂ ਖੁਸ਼ੀਆਂ ਮਲਟੀਪਲਾਈ ਕਰਕੇ ਸਾਨੂੰ ਬੂਹੇ 'ਤੇ ਖਿੜੇ ਮੱਥੇ ਮਿਲਦੀ ਹੈ ਮਾਂ। ਇਹ ਮਾਂ ਦਾ ਹਿਰਦਾ ਮਾਵਾਂ ਜਾਣਦੀਆਂ, ਮੈਨੂੰ ਨਹੀਂ ਪਤਾ। ਪਰ ਜੇਕਰ ਅਸੀਂ ਧਰਤੀ ਤੋਂ ਕਿੱਥੋਂ ਵੀ ਨਾਕਾਮਯਾਬ ਹੋ ਕੇ ਆਈਏ, ਲੋਕੀ ਹੱਸਦੇ ਨੇ, ਲੋਕੀ ਠਿੱਠ ਕਰਦੇ ਨੇ, ਲੋਕੀ ਉਂਗਲ ਕਰਦੇ ਨੇ, ਪਰ ਮਾਂ ਸਾਨੂੰ ਛਾਤੀ ਨਾਲ ਲਾ ਕੇ ਕਹਿੰਦੀ ਕੋਈ ਗੱਲ ਨਹੀਂ, ਫੇਲ ਹੋ ਗਿਆ, ਅਗਲੇ ਸਾਲ ਪਾਸ ਹੋ ਜਾਏਗਾ। ਅੱਛਾ ਨੰਬਰ ਘੱਟ ਹੈ ਨੇ, ਅਗਲੀ ਵਾਰੀ ਜ਼ਿਆਦਾ ਆ ਜਾਣਗੇ। ਸ਼ੀ ਟੋਲਡ ਮੀ ਵੰਸ, ਮੇਰਾ 11th ਵਿੱਚ ਹਾਇਰ ਮੈਥਮੈਟਿਕਸ ਦਾ ਐਗਜ਼ਾਮ ਸੀ, ਮੈਥਮੈਟਿਕਸ A ਮੇਰਾ ਖਰਾਬ ਹੋ ਗਿਆ। ਸ਼ੀ ਸੈਡ ਕੋਈ ਗੱਲ ਨਹੀਂ, B ਚੰਗਾ ਹੋ ਜਾਏਗਾ। ਵੈਨ ਆਈ ਡਿਡ B, ਉਹ ਵੀ ਠੀਕ ਨਹੀਂ ਹੋਇਆ। ਸ਼ੀ ਸੈਡ ਕੋਈ ਗੱਲ ਨਹੀਂ, C ਚੰਗਾ ਹੋ ਜਾਏਗਾ। ਮੈਨੂੰ ਹਰ ਵਾਰੀ ਐਨਕਰੇਜ ਕਰਕੇ ਵਿਦਆਊਟ ਐਕਿਊਜ਼ਿੰਗ ਕਰਦੀ ਸੀ। ਅਤੇ ਸਾਡੀ ਮਾਂ ਨਾ ਬੜੀ ਇੱਕ ਗ੍ਰੇਟ ਚੀਜ਼ ਹੈ। ਕਾਸ਼ ਅੱਜ ਤੋਂ ਸਾਨੂੰ ਚਾਅ ਚੜ੍ਹ ਜਾਏ ਪੂਰੇ ਵਰਲਡ ਨੇ ਮਾਂ ਨੂੰ ਇਗਨੋਰ ਕੀਤਾ ਹੋਇਆ ਹੈ। ਸਾਰੀ ਧਰਤੀ 'ਤੇ ਮਾਂ ਇਗਨੋਰ ਹੋ ਗਈ ਹੈ। ਮਾਂ ਆਪਣੀ ਇਗਨੋਰ ਹੋਣ ਦੇ ਕਾਰਨ ਗਲਤ ਰਾਹ ਟੁਰ ਪਈ ਹੈ। ਮਾਂ ਕਰਮ ਕਾਂਡੀ ਔਰ ਸੰਤਾਂ ਬਾਬਿਆਂ ਪਿੱਛੇ ਟੁਰ ਪਈ ਹੈ। ਮਾਂ ਜਾਦੂ ਟੂਣਿਆਂ ਔਰ ਧਾਗੇ ਤਵੀਤਾਂ ਔਰ ਦਾਤਾ ਮੰਗਣ ਪਿੱਛੇ ਟੁਰ ਪਈ ਹੈ। ਮਾਂ ਡਰਪੋਕ ਹੋ ਗਈ ਹੈ, ਭੂਤਾਂ ਪ੍ਰੇਤਾਂ ਤੋਂ ਡਰਦੀ ਹੈ, ਧਾਗੇ ਤਵੀਤਾਂ ਦੇ ਚੱਕਰਾਂ 'ਚ ਪਈ ਹੈ। ਪਰ ਜੇਕਰ ਇਹ ਮਾਂ ਸਾਡੇ ਸਾਰੇ ਦੁੱਖ ਵੰਡਾਉਂਦੀ ਹੈ, ਉਹਨਾਂ ਬੱਚਿਆਂ ਦੇ ਨਾਲ ਕੰਪੇਅਰ ਕਰਕੇ ਦੇਖੋ। ਅਮਰੀਕਨ ਸਾਈਕੈਟ੍ਰਿਸਟ ਦੀ ਸਾਨੂੰ ਦੱਸਦੀ ਹੈ, ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਨਹੀਂ ਨੇ ਨਾ, ਉਹ ਬੱਚੇ ਐਵਰੇਜ ਦੁਨੀਆ ਨਾਲੋਂ ਡਿਫਰੈਂਟ ਨੇ। ਜਿਨ੍ਹਾਂ ਬੱਚਿਆਂ ਦੀਆਂ ਮਾਵਾਂ ਨੇ ਉਹਨਾਂ ਦੇ ਨਾਲ ਮਤਰੇਈ ਮਾਂ ਜਿਨ੍ਹਾਂ ਦੇ ਨਾਲ ਨੇ ਉਹ ਡਿਫਰੈਂਟ ਨੇ, ਅਤੇ ਜਿਨ੍ਹਾਂ ਨੇ ਮਾਵਾਂ ਨੂੰ ਮਾਣਿਆ ਹੈ ਉਹ ਡਿਫਰੈਂਟ ਨੇ। ਅਤੇ ਜਦੋਂ ਮਾਂ ਧਰਤੀ 'ਤੇ ਨਹੀਂ ਹੁੰਦੀ ਨਾ, ਜਦੋਂ ਅਸੀਂ ਘਰ ਪਹੁੰਚਦੇ ਹਾਂ,
ਉਹ ਵਾਲੀ ਨੁੱਕਰ ਸਾਡੀ ਬਿਲਕੁਲ ਸੁੰਨੀ ਹੁੰਦੀ ਹੈ। ਮਾਂ ਦਾ ਬਦਲ ਕੋਈ ਨਹੀਂ ਹੈ, ਆਲਟਰਨੇਟਿਵ ਕੋਈ ਨਹੀਂ ਹੈ। ਕਾਸ਼ ਅਸੀਂ ਮਾਂ ਦੇ ਇਸ ਕੀਮਤੀ ਤੋਹਫੇ ਨੂੰ ਰੱਬ ਵੱਲੋਂ ਦਿੱਤੇ ਹੋਏ ਨੂੰ ਸਮਝੀਏ ਕਿ ਰੱਬ ਨੇ ਆਪਣੇ ਬਾਅਦ ਧਰਤੀ ਤੇ ਹਰ ਜਗ੍ਹਾ ਮੈਂ ਨਹੀਂ ਹੋ ਸਕਦਾ, ਇਸ ਕਰਕੇ ਮਾਂ ਕ੍ਰੀਏਟ ਕੀਤੀ ਸੀ। ਰੱਬੀ ਗੁਣਾਂ ਵਾਲੀ ਹੁੰਦੀ ਹੈ ਮਾਂ, ਜੋ ਆਪਣੀ ਰੱਤ ਨਾਲ ਮਨੁੱਖ ਬਣਾਉਂਦੀ ਹੈ, ਜੋ ਆਪਣੇ ਦੁੱਧ ਨਾਲ ਮਨੁੱਖ ਦਾ ਤਨ ਬਣਾਉਂਦੀ ਹੈ, ਜੋ ਆਪਣੀਆਂ ਰਾਤਾਂ ਗਾਲ ਕੇ ਮਨੁੱਖ ਦਾ ਜੀਵਨ ਬਣਾ ਦਿੰਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ। ਇਹ ਮੇਰੀ ਚੌਥੀ ਲਾਈਨ ਹੈ ਹਰ ਪਦੇ ਦੀ। ਜੋ ਆਪਣੇ ਅਵਗੁਣ ਕੱਢ ਕੇ ਬੱਚੇ ਵਿੱਚ ਗੁਣ ਪਾ ਦਿੰਦੀ ਹੈ, ਜੋ ਵੈਰ ਕੱਢ ਕੇ ਬੱਚੇ ਵਿੱਚ ਨਿਰਵੈਰਤਾ ਪਾ ਦਿੰਦੀ ਹੈ, ਜੋ ਡਰ ਕੱਢ ਕੇ ਬੱਚੇ ਵਿੱਚ ਨਿਰਭੈਤਾ ਪਾ ਦਿੰਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ। ਸੋਚੀਏ, ਮੈਨੂੰ ਇੱਕ ਜੋਕ ਯਾਦ ਆਇਆ। ਇੱਕ ਆਦਮੀ ਲੈਕਚਰ ਦੇ ਰਿਹਾ ਸੀ, ਲੈਕਚਰ ਦਿੰਦਿਆਂ ਦਿੰਦਿਆਂ ਬਾਰ-ਬਾਰ ਆਪਣੀ ਪੈਂਟ ਨੂੰ ਇੰਝ ਉੱਪਰ ਕਰਦਾ ਹੈ, ਫਿਰ ਥੋੜ੍ਹਾ ਜਿਹਾ ਲੈਕਚਰ ਦੇ ਕੇ ਫਿਰ ਆਪਣੀ ਪੈਂਟ ਨੂੰ ਇੰਝ ਉੱਪਰ ਕਰਦਾ ਹੈ। ਥੋੜੀ ਦੇਰ ਬਾਅਦ ਉਹ ਆਪਣਾ ਪੈਂਟ ਨੂੰ ਇੰਝ ਉੱਪਰ ਕਰਦਾ ਹੈ। ਸਾਹਮਣੇ ਇੱਕ ਬੰਦਾ ਬੈਠਾ ਸੀ, ਕਹਿੰਦਾ ਇਹ ਜੋ ਬਾਰ-ਬਾਰ ਆਪ ਐਸੇ ਕਰ ਰਹੇ हैं ना, अच्छे नहीं लग रहे। तो बंदा कहता है अगर ऐसे ना करूं तो बिल्कुल अच्छा नहीं लगूंगा। ਇਹਨਾਂ ਜਿਹੜੀਆਂ ਮਾਵਾਂ ਆਈਡੀਅਲ ਮਾਂ ਦਾ ਰੋਲ ਮਾਡਲ ਨਹੀਂ ਜੀ ਰਹੀਆਂ ਨਾ, ਉਹ ਬਿਲਕੁਲ ਅੱਛੀਆਂ ਨਹੀਂ ਲੱਗ ਰਹੀਆਂ। ਇਹ ਗੱਲ ਵੱਖਰੀ ਹੈ। ਅੱਜ ਮੈਂ ਨਿਊਜ਼ਪੇਪਰ ਪੜ੍ਹ ਰਿਹਾ ਸੀ, ਉਹਦੇ ਵਿੱਚ ਆਇਆ, ਅਸੀਂ ਆਮ ਤੌਰ 'ਤੇ ਬੱਚਿਆਂ ਨੂੰ ਐਕਿਊਜ਼ ਕਰ ਦਿੰਦੇ ਹਾਂ, ਬੱਚੇ ਮਾੜੇ ਨੇ, ਭੈੜੇ ਨੇ, ਰਿਵੋਲਟ ਕਰ ਗਏ ਨੇ, ਜ਼ਮਾਨਾ ਵਿਗੜ ਗਿਆ, ਬੱਚੇ ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ। ਉਹਨਾਂ ਨੇ ਸਾਰੇ ਬੱਚਿਆਂ ਦੀ ਇੰਟਰਵਿਊ ਲਈ, ਉਹ ਜਿਹੜੀ ਪੋਲ ਕੀਤੀ ਉਹਨਾਂ ਨੇ, ਔਰ ਉਹਦੇ ਵਿੱਚ ਸਾਰਾ ਰਿਜ਼ਲਟ ਉਹਨਾਂ ਨੇ ਕੱਢਿਆ। 60% ਬੱਚੇ ਕਹਿ ਰਹੇ ਸਨ ਅਸੀਂ ਆਪਣੇ ਮਾਂ ਪਿਓ ਨੂੰ ਰੋਲ ਮਾਡਲ ਬਣਾਇਆ। ਉਹਨਾਂ ਨੇ ਸ਼ਾਹਰੁਖ ਖਾਨ ਨੂੰ ਰੋਲ ਮਾਡਲ ਨਹੀਂ ਬਣਾਇਆ, ਅਮਿਤਾਭ ਬੱਚਨ ਨੂੰ ਰੋਲ ਮਾਡਲ ਨਹੀਂ ਬਣਾਇਆ, ਮਾਧੁਰੀ ਦੀਕਸ਼ਿਤ ਨੂੰ ਰੋਲ ਮਾਡਲ ਨਹੀਂ ਬਣਾਇਆ, ਹੈਲਨ ਨੂੰ ਤੇ ਬਣਾਉਂਦੇ ਹੀ ਨਹੀਂ ਸਨ। ਪਰ 60% ਚਿਲਡਰਨ ਸੈਡ ਕਿ ਅਸੀਂ ਆਪਣੀ ਮਾਂ ਪਿਓ ਨੂੰ ਰੋਲ ਮਾਡਲ ਬਣਾਇਆ ਹੈ। ਅਤੇ ਮਾਂ ਪਿਓ ਜੇਕਰ ਚੰਗੇ ਕਰਮ ਕਰਨਗੇ ਤਾਂ ਚੰਗਾ ਬੱਚਾ ਧਰਤੀ ਨੂੰ ਦੇ ਸਕਣਗੇ। ਜੋ ਸੱਚ ਦਾ ਗਿਆਨ ਲੈ ਕੇ ਬੱਚੇ ਨੂੰ ਦ੍ਰਿੜਾਉਂਦੀ ਹੈ। ਅੱਜ ਦੀਆਂ ਮਾਵਾਂ ਨੂੰ ਸੱਚ ਦਾ ਗਿਆਨ ਤੇ ਹੈ ਨਹੀਂ, ਪਰ ਇਹ ਗਿਆਨ ਹੈ, ਮੇਰਾ ਬੱਚਾ ਦੰਦੀਆਂ ਕੱਢ ਰਿਹਾ, ਬੈਂਗਲੌਰ ਤੋਂ ਇੱਕ ਕਾਲਾ ਧਾਗਾ ਆਏਗਾ, ਉਹ ਹੱਥ ਤੇ ਬੰਨ੍ਹ ਦਿਓ। ਦਿਸ ਇਜ਼ ਨਾਟ ਸੱਚ ਦਾ ਗਿਆਨ। ਕਾਲਾ ਟਿੱਕਾ ਲਾ ਦਿਓ, ਨਜ਼ਰ ਲੱਗ ਜਾਏਗੀ। ਦਿਸ ਇਜ਼ ਨਾਟ ਸੱਚ ਦਾ ਗਿਆਨ। ਬੱਚਾ ਬਿਮਾਰ ਹੈ, ਤਾਤੀ ਵਾ ਉਹਨਾਂ ਲੱਗ ਗਈ, ਇਹਦੇ ਕੋਲ ਪੜ੍ਹਦੇ ਰਹੋ, ਡਾਕਟਰ ਕੋਲ ਨਾ ਲਿਜਾਓ। ਸੱਚ ਦਾ ਗਿਆਨ ਲੈ ਕੇ ਬੱਚੇ ਨੂੰ ਦ੍ਰਿੜਾਉਂਦੀ ਹੈ, ਜੋ ਸੱਚਾ ਜੀਵਨ ਆਪ ਜੀ ਕੇ ਬੱਚੇ ਨੂੰ ਦ੍ਰਿੜਾਉਂਦੀ ਹੈ, ਜੋ ਹੱਥੋਂ ਦੇ ਕੇ ਭਲਾ ਮਨਾਉਂਦੀ ਅਤੇ ਬੱਚੇ ਨੂੰ ਦ੍ਰਿੜਾਉਂਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ ਧਰਤੀ ਤੇ ਬੋਝ। ਜੋ ਆਪ ਅਤੇ ਬੱਚੇ ਨੂੰ ਵਿਕਾਰਾਂ ਤੋਂ ਉੱਪਰ ਹੋਣਾ ਸਿਖਾਉਂਦੀ ਹੈ, ਜੋ ਆਪ ਅਤੇ ਬੱਚੇ ਨੂੰ ਮਜ਼ਹਬੀ ਤਸਬਾਂ ਤੋਂ ਉੱਪਰ ਹੋਣਾ ਸਿਖਾਉਂਦੀ ਹੈ। ਇਹ ਗੱਲ ਗੌਰ ਕਰਨ ਵਾਲੀ ਹੈ। ਜਿਹੜੀਆਂ ਮਾਵਾਂ, ਅੱਜ ਕੱਲ੍ਹ ਦੀਆਂ ਮਾਵਾਂ ਤੇ ਆਪਣੇ ਮਜ਼ਹਬ ਬਾਰੇ ਵੀ ਕੁਝ ਨਹੀਂ ਜਾਣਦੀਆਂ, ਪਰ ਜਿਹੜੀਆਂ ਮਾਵਾਂ ਆਪਣੇ ਮਜ਼ਹਬ ਬਾਰੇ ਜਾਣਦੀਆਂ ਨੇ ਜਾਂ ਨਹੀਂ, पर जदों अपने बच्चे के मन च वैर पाती है ना, हिंदू खराब होते हैं, सिख खराब होते हैं, मुसलमान खराब होते हैं, क्रिश्चन गंदे होते हैं, बोधी गंदे होते हैं, दूसरिया के मजहबों से वैर पाने वाली जी तसबी माँ होंदी है ना, उस दे कारण ही अज धरती ते वर्ल्ड वार के बदल छा रहे हैं। माँ बच्चे दे मन विच अपने मजहब बारे प्यार तो पाती है आप नॉलेज लैके, लेकिन उन्होंने कहती है कुदरत के सब बंदे सारे मनुख चंगे होंदे ने, कोई पैड़ा नहीं होंदा। इस करके ख्याल रखना अपने बच्चे नूं कदे भी मजहबी जनून दा जहर नहीं देना। माँ जदों बच्चे नूं दुध पिलांदी है, जदों बच्चे नूं रोटी खवांदी है, जदों बच्चे नूं गुड़ती देंदी है, जेकर उहदे विच उसने मजहबी जनून दे दिता ते बच्चा कम्युनल राइट्स विच पै जाएगा। दूसरे मजहबां नूं खत्म करना, उन्हां दे धार्मिक स्थानां नूं डिगाना, उन्हां दे मजहब नूं खत्म करके सिर्फ अपने मजहब दा झंडा बोलबाला कराना, दैट इज़ नॉट रिलीजन। औरंगजेब नूं भुलेखा पै गया सी ना। जो आप अते बच्चे नूं मजहबी तस्बां तो उपर होना सिखाउंदी है, जो आप अते बच्चे नूं तेर मेर अते खुदगर्जी दी सोच तो उपर होना सिखाउंदी है, वो माँ हुंदी है। जो मुश्किल वेले अडोल
ਸਹਿਜ ਅਤੇ ਦਲੇਰੀ ਦਾ ਸਬੂਤ ਬੱਚੇ ਨੂੰ ਦਿੰਦੀ ਹੈ। ਮੇਰੇ ਬੀਜੀ ਨੇ ਛੋਟੀ ਜੀ ਕਹਾਣੀ ਸੁਣਾਈ ਸੀ। ਉਸ ਕਹਾਣੀ ਦਾ ਜਿਸਟ ਇਹੀ ਹੋਇਆ ਕਿ ਵੇਲਾ ਸੰਭਾਲਣਾ। ਅੱਜ ਕੱਲ੍ਹ ਦੀਆਂ ਤਾਂ ਮਾਵਾਂ ਸਭ ਕੁਝ ਹੁੰਦਿਆਂ ਸੰਦਿਆਂ ਘਰ 2 ਬੰਦੇ ਆ ਜਾਣ ਤੇ ਅੰਦਰ ਚਿੱਠੀਆਂ ਪੈਂਦੀਆਂ ਨੇ ਕਿ ਹੁਣ ਇਹਨਾਂ ਦੀ ਰੋਟੀ ਕਿਵੇਂ ਬਣਾਵਾਂਗੇ। ਬਿਕੋਜ਼ ਸ਼ੀ ਇਜ਼ ਕੰਸਰਨਡ, ਜਿਸ ਤਰ੍ਹਾਂ ਅਸੀਂ ਉਹ ਦਾਦੀ ਮਾਂ ਦੇਖੀ ਸੀ, ਸੀਰੀਅਲ ਦੇਖ ਰਹੀ ਸੀ, ਦੇ ਆਰ ਕੰਸਰਨਡ ਅਬਾਊਟ ਦੇਅਰ ਆਪਣੀ ਬਿਮਾਰੀ। ਅਡੋਲ ਸਹਿਜ ਉਹਦੇ ਵਿੱਚ ਸਿਖਾਇਆ ਕਿ ਕਿਸ ਤਰ੍ਹਾਂ ਵੇਲਾ ਸੰਭਾਲਦੀ ਹੈ, ਅਤੇ ਵੇਲਾ ਸੰਭਾਲਣ ਦੀ ਟੈਕਨੀਕ ਮਾਂ ਵਾਲੀ ਬੱਚੇ ਨੂੰ ਆ ਗਈ। ਵੇਲਾ ਸੰਭਾਲਣਾ ਮਾਤਾ ਮਤ ਅੱਜ ਦੇ ਸ਼ਬਦ ਦੇ ਟੌਪਿਕ ਹੈ। ਉਹ ਐਵੇਂ ਨਹੀਂ ਗੁਰੂ ਸਾਹਿਬ ਨੇ ਕਿਹਾ ਮਾਤਾ ਧਰਤ ਮਹੱਤ, ਐਵੇਂ ਨਹੀਂ ਕਿਹਾ। ਮਾਤਾ ਦਾ ਬੜਾ ਵੱਡਾ ਰੋਲ ਹੈ। ਦੈਟ ਡਜ਼ਨਟ ਮੀਨ ਕਿ ਆਦਮੀ ਛੁੱਟ ਗਏ ਨੇ, ਪਿਤਾ ਛੁੱਟ ਗਏ ਨੇ। ਮੈਂ ਉਹ ਨਹੀਂ ਗੱਲ ਕਰ ਰਿਹਾ। ਕਿਸੇ ਵੇਲੇ ਅਸੀਂ ਪਿਤਾ ਦੀ ਟੌਪਿਕ ਨੂੰ ਲਵਾਂਗੇ, ਅਸੀਂ ਪੇਰੈਂਟਸ ਐਂਡ ਕਿਡਸ ਦਾ ਟੌਪਿਕ ਲਿਆ, ਉਹ ਵੀ ਸਮਝਾਂਗੇ। ਪਰ ਮਾਤਾ ਦਾ ਬਿਗਰ ਰੋਲ ਹੈ, ਜੋ ਮੁਸ਼ਕਿਲ ਵੇਲੇ ਝੂਠ ਦਾ ਸਹਾਰਾ ਛੱਡ ਕੇ, ਜਿਹੜੀਆਂ ਮਾਵਾਂ ਝੂਠਾ ਬੱਚੇ ਨੂੰ ਜੀਵਨ ਸਿਖਾਉਂਦੀਆਂ ਨਾ, ਉਹ ਗਲਤ ਕਰਦੀਆਂ ਨੇ। ਜੋ ਬੱਚੇ ਨੂੰ ਝੂਠ ਦਾ ਸਹਾਰਾ ਛੱਡ ਕੇ ਸੱਚੇ ਮਾਰਗ ਦੇ ਦ੍ਰਿੜਤਾ ਦਾ ਸਬੂਤ ਵਿਖਾਉਂਦੀ ਹੈ, ਜੋ ਮੁਸ਼ਕਿਲ ਵੇਲੇ ਧਾਗੇ ਤੋਂ ਵੀ ਜਾਦੂ ਟੂਣੇ ਛੱਡ ਕੇ ਸੱਚੇ ਗਿਆਨ ਦਾ ਪੱਲੇ ਦਾ ਸਬੂਤ ਦਿਖਾਉਂਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ। ਜੋ ਅਮੀਰੀ ਗਰੀਬੀ ਦੇ ਵਿਤਕਰੇ ਦੇ ਵਿਖਾਵੇ ਤੋਂ ਬੱਚੇ ਅਤੇ ਪਰਿਵਾਰ ਨੂੰ ਉੱਪਰ ਰੱਖਦੀ ਹੈ। ਹੁਣ ਜੇ ਅਸੀਂ ਕਹੀਏ ਸਾਡਾ ਬੱਚਾ ਏਅਰ ਕੰਡੀਸ਼ਨ ਸਕੂਲ ਹੀ ਜਾਂਦਾ ਹੈ, ਇਹ ਝੁੱਗੀ ਵਾਲਿਆਂ ਨਾਲ ਬੈਠੇ ਕਿਉਂ? ਸਾਡਾ ਬੱਚਾ ਉੱਥੇ ਪੜ੍ਹਦਾ ਜਿੱਥੇ ਕਾਰਾਂ ਵਾਲੇ ਮਾਪੇ ਬੱਚੇ ਨੂੰ ਛੱਡਣ ਆਉਂਦੇ ਨੇ। ਉੱਥੇ ਸਾਡੇ ਯਤੀਮਾਂ ਦੇ ਬੱਚੇ ਨਾਲ ਮੇਰਾ ਬੱਚਾ ਪੜ੍ਹੇ। ਬੇਟਾ ਤੁਸੀਂ ਉੱਚੇ ਕਰਦੇ ਹੁੰਦੇ ਹੋ, ਅਸੀਂ ਫਲਾਣੀ ਜ਼ਾਤ ਦੇ ਹੁੰਦੇ ਹਾਂ। ਜਿਹੜੀਆਂ ਮਾਵਾਂ ਸਿਖਾਉਂਦੀਆਂ ਨਾ, ਉਹ ਬੱਚੇ ਦੇ ਮਨ ਅੰਦਰ ਡਿਸਕ੍ਰਿਮੀਨੇਸ਼ਨ ਦਾ ਟੀਕਾ ਲਾ ਰਹੀਆਂ ਨੇ, ਵਾਇਰਸ ਪਾ ਰਹੀਆਂ ਨੇ। ਉਹਦਾ ਕੰਪਿਊਟਰ ਹਮੇਸ਼ਾ ਵਾਇਰਸ ਵਾਲਾ ਰਹੇਗਾ। ਐਂਟੀ ਵਾਇਰਸ ਜਿੰਨਾ ਮਰਜ਼ੀ ਉਹ ਲਗਾ ਲੇ, ਕੁਛ ਨਹੀਂ ਹੋ ਸਕਦਾ। ਜੋ ਰੀਤ ਰਿਵਾਜ ਅਤੇ ਫੋਕਟ ਕਰਮਾਂ ਕਾਂਡਾਂ ਦੇ ਵਿਖਾਵੇ ਤੋਂ ਬੱਚੇ ਅਤੇ ਪਰਿਵਾਰ ਨੂੰ ਉੱਪਰ ਰੱਖਦੀ ਹੈ, ਜੋ ਜ਼ਾਤ ਪਾਤ ਊਚ ਨੀਚ ਦੇ ਵਿਖਾਵੇ ਤੋਂ ਬੱਚੇ ਪਰਿਵਾਰ ਨੂੰ ਉੱਪਰ ਰੱਖਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ। ਜੋ ਬੱਚੇ ਨੂੰ ਡਰਾਉਂਦੀ ਧਮਕਾਉਂਦੀ ਨਹੀਂ ਹੈ। ਦੇਖੋ ਬੜੀਆਂ ਸਾਰੀਆਂ ਮਾਵਾਂ ਸਾਡੇ 'ਚ ਇੰਝ ਕਰਦੀਆਂ ਨੇ, ਬੱਚਾ ਪੜ੍ਹ ਕੇ ਨਹੀਂ ਆਇਆ ਤਾਂ ਗੁਸਲਖਾਨੇ 'ਚ ਬੰਦ ਕਰ ਦਿਓ, ਬੱਚੇ ਦੇ ਨੰਬਰ ਘੱਟ ਆਏ ਨੇ ਤਾਂ ਉਹਨੂੰ ਹਨੇਰੇ ਦੇ ਕਮਰੇ 'ਚ ਬੰਦ ਕਰ ਦਿਓ, ਬੱਚਾ ਇੱਕ ਕਹਿਣਾ ਨਹੀਂ ਮੰਨਿਆ ਤੇ ਉਸ ਨੂੰ ਕੁੱਟੋ, ਉਹਦੇ ਨਾਲ ਬੋਲੋ ਨਾ, ਉਹਨੂੰ ਸਜ਼ਾ ਦੇ ਦਿਓ। ਨਹੀਂ, ਦੈਟ ਇਜ਼ ਨਾਟ ਫੇਅਰ। ਬੱਚੇ ਨੂੰ ਤੁਸੀਂ ਡਰਾਓਗੇ, ਬੱਚਾ ਡਰਾਕਲ ਬਣ ਜਾਏਗਾ। ਮਾਵਾਂ ਡਰਪੋਕ ਬਣੀਆਂ ਹੋਈਆਂ, ਡਰਦੀਆਂ ਡਰਦੀਆਂ ਸਿਮਰਨ ਕਰਦੀਆਂ, ਹਾਏ ਵਾਹਿਗੁਰੂ ਵਾਹਿਗੁਰੂ ਨਾ ਕੀਤਾ ਮੇਰਾ ਬੱਚਾ, ਮੇਰਾ ਪਤੀ, ਸਾਡਾ ਕੰਮ ਨਾ ਡਿੱਗ ਪਵੇ। ਆਪ ਡਰਪੋਕ ਬੱਚੇ ਨੂੰ ਡਰਾਉਂਦੀਆਂ, ਬਾਬਾ ਆ ਜਾਏਗਾ, ਆਪ ਹੀ ਡਰਦੀਆਂ। ਕਾਕਰੋਚ ਡਰ ਕੇ ਨੱਸ ਜਾਂਦੀਆਂ ਨੇ। ਜਿਹੜੀਆਂ ਕਾਕਰੋਚ ਕੋਲੋਂ ਡਰ ਕੇ ਨੱਸ ਜਾਂਦੀਆਂ, ਉਹਨਾਂ ਬਾਰਡਰ ਤੇ ਬੱਚਾ ਕੀ ਭੇਜਣਾ? ਉਹਨਾਂ ਸੂਰਾ ਸੋ ਪਹਿਚਾਨੀਏ ਕੀ ਬੋਲਣਾ? ਸਿਰਫ ਗੁਰਦੁਆਰੇ ਬੈਠ ਕੇ ਬੋਲੇ ਸੋ ਨਾਲ ਸੂਰਾ ਸੋ ਪਹਿਚਾਨੀਏ ਕਰਨ ਨਾਲ ਨਹੀਂ ਹੁੰਦਾ। ਘਰ ਚੂਹੇ ਕੋਲੋਂ, ਕਾਕਰੋਚ ਕੋਲੋਂ ਡਰਨਾ। ਉਹ ਮਾਵਾਂ ਕੀ ਦਲੇਰ ਬਣਨਗੀਆਂ? ਐਵੇਂ ਲక్ష్ਮੀ ਬਾਈ ਦੀ ਗੱਲਾਂ ਕਰਨੀਆਂ, ਮਾਤਾ ਗੁਜਰੀ ਦੀਆਂ ਗੱਲਾਂ ਕਰਨੀਆਂ, ਬੀਬੀ ਭਾਨੀ ਦੀਆਂ ਗੱਲਾਂ ਕਰਨੀਆਂ, ਤੇ ਐਵੇਂ ਘਰ ਕਾਕਰੋਚ ਕੋਲੋਂ ਡਰਦੀਆਂ, ਤੇ ਬੱਚੇ ਨੂੰ ਵੀ ਡਰਾਉਂਦੀਆਂ। ਉਸਨੂੰ ਵੱਡਾ ਕਰਕੇ ਡਰਾਕਲ ਜੀ ਸ਼ਖਸੀਅਤ ਦੁਨੀਆ ਨੂੰ ਦੇ ਜਾਂਦੀ। ਭੂਤਾਂ ਪ੍ਰੇਤਾਂ ਤੋਂ ਡਰਦੀਆਂ ਨੇ। ਜਿਹੜੀ ਮਾਂ ਭੂਤ ਪ੍ਰੇਤ ਤੋਂ ਨਹੀਂ ਡਰਦੀ ਹੈ, ਉਹ ਬੱਚੇ ਨੂੰ ਕਹਿੰਦੀ ਬੇਟਾ ਕੋਈ ਭੂਤ ਪ੍ਰੇਤ ਨਹੀਂ ਹੁੰਦਾ, ਡੋਂਟ ਵਰੀ। ਪਰ ਜਿਹੜੀ ਆਪ ਡਰਪੋਕ ਹੈ, ਉਹ ਬੱਚੇ ਨੂੰ ਡਰਪੋਕ ਜਿਹਾ ਬਣਾ ਜਾਂਦੀ ਹੈ। ਜੋ ਡਰਾਉਂਦੀ ਨਹੀਂ, ਧਮਕਾਉਂਦੀ ਨਹੀਂ, ਅਤੇ ਉੱਚੇ ਲਹਿਜੇ 'ਚ ਬੱਚੇ ਨਾਲ ਨਹੀਂ ਬੋਲਦੀ। ਮਾਵਾਂ ਤੁਸੀਂ ਦੇਖਣਾ ਉੱਚੇ ਲਹਿਜੇ 'ਚ ਬੱਚੇ ਨਾਲ ਬੋਲਦੀਆਂ, ਕਿਉਂਕਿ ਸੱਸ ਨਾਲ ਬੋਲਣ ਦੀ ਆਦਤ ਪਈ ਹੋਈ ਹੈ। ਉੱਚੇ ਲਹਿਜੇ 'ਚ ਬੱਚੇ ਨਾਲ ਬੋਲਦੀਆਂ ਕਿਉਂਕਿ ਨੌਕਰਾਣੀ ਗਰੀਬਣੀ ਨੂੰ ਦਬਾਉਣ ਦੀ ਆਦਤ ਪਈ ਹੋਈ ਹੈ। ਪਤੀ ਨਾਲ ਤੇ ਬੋਲਦੀਆਂ ਹੀ ਖੈਰ ਹੈ ਨਹੀਂ। ਜੋ ਬੱਚੇ ਨੂੰ ਦੁਤਕਾਰਦੀ ਛੁਟਿਆਉਂਦੀ ਨਹੀਂ। ਇਹ ਸਾਰਾ ਟੌਪਿਕ ਮਾਤਾ ਮਤ ਨਾਲ ਜੁੜਿਆ ਹੋਇਆ ਸਾਡਾ ਅੱਜ, ਕਿ ਬੱਚੇ ਨੂੰ ਦੂਜਿਆਂ ਦੇ ਸਾਹਮਣੇ ਕਦੇ ਨਹੀਂ ਕਹਿਣਾ ਚਾਹੀਦਾ ਇਹ ਤਾਂ ਭੈੜਾ ਹੈ, ਇਸ ਨੂੰ ਤਾਂ ਕੁਛ ਆਉਂਦਾ ਹੀ ਨਹੀਂ। ਦੇਖੋ ਤੁਹਾਡੇ ਬੱਚੇ ਨੂੰ ਪਾਠ ਆਉਂਦਾ ਹੈ, ਗੁਰਦੁਆਰੇ ਜਾਂਦਾ ਹੈ, ਸਕੂਲ ਜਾਂਦਾ ਹੈ, ਪੜ੍ਹਾਈ ਕਰਦਾ ਹੈ, ਸੋਹਣੀ ਪੱਗ ਬੰਨ੍ਹਦਾ ਹੈ, ਸਵਰਨਾ ਆਉਂਦਾ ਉਹਨੂੰ, ਇਹਨੂੰ ਤਾਂ ਕੁਛ ਆਉਂਦਾ ਹੀ ਨਹੀਂ। ਇਹ ਬੱਚੇ ਨੂੰ ਦੂਜਿਆਂ ਦੇ ਸਾਹਮਣੇ ਲੈਟ ਡਾਊਨ ਕਦੇ ਨਹੀਂ ਕਰਨਾ ਚਾਹੀਦਾ। ਉਸ ਨੂੰ ਦੂਸਰਿਆਂ ਨਾਲ ਕੰਪੇਅਰ ਕਰਕੇ ਬੱਚੇ ਨੂੰ ਕਦੇ ਵੀ ਛੁਟਿਆਉਣਾ ਨਹੀਂ ਚਾਹੀਦਾ। ਇਹ ਮਾਂ ਦੀ ਟੈਕਨੀਕ ਹੈ। ਆਪਣੇ ਬੱਚੇ ਨੂੰ ਕਹਿੰਦੀ ਹੈ ਬੇਟਾ ਤੇਰੇ ਅੰਦਰ ਵੀ ਇਹ ਗੁਣ ਹੈ, ਤੂੰ ਵੀ ਇਹ ਕਰ ਸਕਣਾ ਹੈ। ਉਸ ਨੂੰ ਚੜ੍ਹਦੀ ਕਲਾ ਦਿੰਦੀ ਹੈ। ਦੁਤਕਾਰਦੀ ਨਹੀਂ, ਛੁਟਿਆਉਂਦੀ ਨਹੀਂ, ਨਾ ਹੀ ਗਾਲਾਂ ਭਰੇ ਲਹਿਜੇ 'ਚ ਬੋਲਦੀ ਹੈ। ਜੋ ਬੱਚੇ ਨੂੰ ਸਤਾਉਂਦੀ ਫਟਕਾਰਦੀ ਨਹੀਂ ਅਤੇ ਨਾ ਹੀ ਸਜ਼ਾਵਾਂ ਦੇਣ ਦੇ ਲਹਿਜੇ 'ਚ ਬੋਲਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ। ਜੋ ਆਪਣੇ ਅਤੇ ਹੋਰਾਂ ਦੇ ਬੱਚਿਆਂ ਨਾਲ ਇੱਕੋ ਜਿਹਾ ਪਿਆਰ ਕਰਦੀ ਹੈ, ਜੋ ਆਪਣੇ ਅਤੇ ਹੋਰਾਂ ਦੇ ਪਰਿਵਾਰ ਨਾਲ ਇੱਕੋ ਜਿਹਾ ਵਿਵਹਾਰ ਕਰਦੀ ਹੈ, ਜੋ ਆਪਣੇ ਅਤੇ ਹੋਰਾਂ ਦੇ ਮਜ਼ਹਬਾਂ ਦੇ ਮਨੁੱਖਾਂ ਨਾਲ ਇੱਕੋ ਜਿਹਾ ਇਜ਼ਹਾਰ ਕਰਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ।
ਜੋ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਉੱਠ ਕੇ ਜਿਉਣਾ ਸਿਖਾਉਂਦੀ ਹੈ, ਜੋ ਲੋੜਵੰਦਾਂ ਤੇ ਪਿਛੜਿਆਂ ਦੇ ਭਲੇ ਲਈ ਉੱਠ ਕੇ ਜਿਉਣਾ ਬੱਚੇ ਨੂੰ ਸਿਖਾਉਂਦੀ ਹੈ, ਜੋ ਕੌਮ ਅਤੇ ਦੁਨੀਆ ਦੇ ਭਲੇ ਲਈ ਉੱਠ ਕੇ ਸੂਰਮਿਆਂ ਵਾਂਗ ਬੱਚੇ ਨੂੰ ਮਰਨਾ ਸਿਖਾਉਂਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ, ਜੋ ਸੱਸ ਸਹੁਰੇ ਤੇ ਪਤੀ ਨਾਲ ਲੜਦੀ ਝਗੜਦੀ ਨਹੀਂ, ਜੋ ਨਨਾਣ ਭਰਜਾਈ ਅਤੇ ਨੌਕਰ ਨਾਲ ਲੜਦੀ ਝਗੜਦੀ ਨਹੀਂ, ਜੋ ਆਸ ਪੜੋਸ ਛਾਬੇ ਵਾਲੇ ਜਮਾਦਾਰਨੀ ਨਾਲ ਲੜਦੀ ਝਗੜਦੀ ਨਹੀਂ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ, ਜੋ ਭਰਮ ਵਹਿਮ ਮੰਨਦੀ ਨਹੀਂ ਹੈ, ਕਰਮ ਮਾਤਾ ਨਹੀਂ ਮੰਨਦੀ, ਉਹ ਤਾਂ ਮਾਂ ਹੁੰਦੀ ਹੈ। ਜੋ ਤੀਰਥ ਇਸ਼ਨਾਨ ਨਹੀਂ ਮੰਨਦੀ, ਚਿਲੀਏ ਨਹੀਂ ਕੱਟਦੀ, ਉਹ ਮਾਂ ਹੁੰਦੀ ਹੈ। ਜੋ ਮਣੀ ਮਸਾਣ ਨਹੀਂ ਜਾਂਦੀ, ਉਹ ਮਾਂ ਹੁੰਦੀ ਹੈ। ਜੋ ਦੇਹਧਾਰੀ ਗੁਰੂ ਨਹੀਂ ਮੰਨਦੀ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ ਹੀ। ਆਖਰੀ ਬੰਦਾ 'ਚ ਹੈ, ਜੋ ਮਨੁੱਖਤਾ ਦੇ ਭਲੇ ਲਈ ਵੰਡ ਛਕਣਾ ਸਿਖਾਉਂਦੀ ਹੈ, ਜੋ ਮਨੁੱਖਤਾ ਦੇ ਭਲੇ ਲਈ ਸਾਂਝੀਵਾਲਤਾ ਸਿਖਾਉਂਦੀ ਹੈ, ਜੋ ਮਨੁੱਖਤਾ ਦੇ ਭਲੇ ਲਈ ਏਕ ਪਿਤਾ ਏਕ ਅਸਕਿ ਬਾਰਕ ਸਿਖਾਉਂਦੀ ਹੈ, ਉਹ ਮਾਂ ਹੁੰਦੀ ਹੈ। ਜੋ ਰੱਬੀ ਗੁਣਾਂ ਦਾ ਸੋਮਾ ਹੁੰਦੀ ਹੈ, ਉਹ ਮਾਂ ਹੁੰਦੀ ਹੈ। ਜੋ ਰੱਬੀ ਗੁਣਾਂ ਦਾ ਚਸ਼ਮਾ ਹੁੰਦੀ ਹੈ, ਉਹ ਮਾਂ ਹੁੰਦੀ ਹੈ। ਜੋ ਰੱਬੀ ਗੁਣਾਂ ਦਾ ਸਾਗਰ ਹੁੰਦੀ ਹੈ, ਉਹ ਮਾਂ ਹੁੰਦੀ ਹੈ, ਉਹ ਮਾਂ ਹੁੰਦੀ ਹੈ। ਬਾਕੀ ਤਾਂ ਬਸ ਐਵੇਂ। ਥੈਂਕ ਯੂ। ਆਖਰੀ ਬੰਦ ਹੈ ਜਿਹਦੇ ਵਿੱਚ ਮੈਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੋ ਫੈਸ਼ਨਾਂ ਕਾਰਨ ਰੋਮਾਂ ਦੀ ਬੇਦਬੀ ਨਹੀਂ ਕਰਦੀ, ਉਹ ਮਾਂ ਹੁੰਦੀ। ਉਸ ਕੋਲ ਟਾਈਮ ਨਹੀਂ ਹੈ ਕਿ ਮੈਂ 2-2 ਘੰਟੇ ਆਪਣੀ ਵੈਕਸਿੰਗ ਕਰਾਵਾਂ, ਆਈਬਰੋ ਕਟਾਵਾਂ ਔਰ ਆਪਣੇ ਸਰੀਰ ਦੇ ਅੰਗਾਂ ਨੂੰ ਮੈਂ ਦੁੱਖ ਕਰਦੀ ਰਵਾਂ। ਨਹੀਂ, ਉਸ ਕੋਲ ਸਮਾਂ ਨਹੀਂ ਹੈ। ਅੱਜ ਦੀ ਮਾਂ ਕੋਲ ਸੱਚ ਦਾ ਗਿਆਨ ਲੈਣ ਵਾਸਤੇ ਟਾਈਮ ਨਹੀਂ ਹੈ, ਪਰ 3-3 ਘੰਟੇ ਬਿਊਟੀ ਪਾਰਲਰ ਬੈਠਣ ਦਾ ਟਾਈਮ ਹੈ। ਇਸ ਕਰਕੇ ਜਦੋਂ ਮੇਰਾ ਪਲੇਨ ਹੁਣੇ ਸਫ਼ਰ ਨਹੀਂ ਸੀ ਮੁੱਕਿਆ, ਮੈਨੂੰ ਇਹ ਵਾਲਾ ਪੁਆਇੰਟ ਮਿਸ ਕਰਨ ਤੇ ਦਿਲ ਨਹੀਂ ਸੀ। ਮੈਂ ਇਹਦਾ ਰਾਈਮ ਸੋਚਦਾ ਰਿਹਾ, ਤੁਕਾਂਤ ਸੋਚਦਾ ਰਿਹਾ ਕਿ ਮੈਂ ਇਹ ਮੈਸੇਜ ਕਿਵੇਂ ਦਿਆਂ। ਜੋ ਫੈਸ਼ਨਾਂ ਕਾਰਨ ਰੋਮਾਂ ਦੀ ਬੇਦਬੀ ਨਹੀਂ ਕਰਦੀ, ਉਹ ਮਾਂ ਹੁੰਦੀ ਹੈ। ਜੋ ਨਸ਼ਿਆਂ ਕਾਰਨ ਤਨ ਅਤੇ ਆਤਮਾ ਦੀ ਬੇਦਬੀ ਨਹੀਂ ਕਰਦੀ, ਉਹ ਮਾਂ ਹੁੰਦੀ ਹੈ। ਬੜੇ ਅਫਸੋਸ ਦੀ ਗੱਲ ਹੈ, ਮਾਂ ਨੇ ਪਿਓ ਨੂੰ ਰੋਕਣਾ ਸੀ ਸ਼ਰਾਬ ਬਾਰੇ, ਅੱਜ ਦੀ ਮਾਂ ਨਾਲ ਗਲਾਸ ਖੜਕਾਉਂਦੀ ਹੈ। ਆਪਣਾ ਨੁਕਸਾਨ ਤਨ ਦਾ ਹੋ ਰਿਹਾ ਹੈ, ਆਪਣੀ ਆਤਮਾ ਦਾ ਵੀ ਨੁਕਸਾਨ ਕਰ ਰਹੀ ਹੈ। ਨਸ਼ਿਆਂ ਕਾਰਨ ਤਨ ਅਤੇ ਆਤਮਾ ਦੀ ਬੇਦਬੀ ਨਹੀਂ ਕਰਦੀ, ਉਹ ਮਾਂ ਹੁੰਦੀ ਹੈ। ਜੋ ਹਉਮੈ ਕਾਰਨ ਕਿਸੇ ਵੀ ਮਨੁੱਖ ਦੀ ਬੇਦਬੀ ਨਹੀਂ ਕਰਦੀ, ਉਹ ਮਾਂ ਹੁੰਦੀ ਹੈ। ਉਹੀ ਤਾਂ ਮਾਂ ਹੁੰਦੀ ਹੈ। ਬਾਕੀ ਬਸ ਐਵੇਂ। ਤਾਂ ਅਖੀਰ ਵਿੱਚ ਮੈਂ ਆਪਣੇ ਡਿੱਗਦੇ ਜਾਂਦੇ ਡੁੱਲਦੇ ਜਾਂਦੇ ਮਾਂ ਪਿਆਰ ਵਿੱਚ ਮੈਂ ਕੁਝ ਕਹਿਣ ਦਾ ਯਤਨ ਕੀਤਾ। ਇਹ ਮਾਂ, ਤੂੰ ਰੱਬੀ ਕਰਾਮਾਤ ਹੀ ਤਾਂ ਹੈ ਧਰਤੀ ਤੇ। ਇਹ ਮਾਂ, ਤੂੰ ਰੱਬੀ ਕਰਾਮਾਤ ਹੀ ਤਾਂ ਧਰਤੀ ਨੂੰ ਮਿਲੀ ਹੈ। ਇਹ ਮਾਂ, ਤੂੰ ਮਮਤਾ ਭਰੀ ਕੋਮਲਤਾ ਹੀ ਤਾਂ ਧਰਤੀ ਨੂੰ ਮਿਲੀ ਹੈ। ਇਹ ਮਾਂ, ਤੂੰ ਜਜ਼ਬਾਤਾਂ ਭਰੀ ਬਗੀਆ ਹੀ ਤਾਂ ਧਰਤੀ ਨੂੰ ਮਿਲੀ ਹੈ। ਇਹ ਮਾਂ, ਤੇਰੇ ਕਦਮਾਂ ਥੱਲੇ ਜੰਨਤ ਹੈ। ਇਹ ਮਾਂ, ਤੇਰੀ ਗੋਦ ਅੰਦਰ ਜਹਾਨ ਹੈ। ਜਿਨ੍ਹਾਂ ਮਨੁੱਖਾਂ ਨੂੰ ਭੁਲੇਖਾ ਪੈ ਗਿਆ ਨਾ ਕਿ ਮਾਂ ਤੋਂ ਦੂਰ ਜਾ ਕੇ ਅਸੀਂ ਬਹੁਤਾ ਕਮਾ ਲਾਂਗੇ, ਕਾਮਯਾਬ ਹੋ ਜਾਵਾਂਗੇ, ਸਾਰੀ ਦੁਨੀਆ ਦਾ ਮੈਟੀਰੀਅਲ ਵਰਲਡ ਮਿਲ ਜਾਏਗਾ, ਪਰ ਮਾਂ ਦੀ ਗੋਦ ਵਾਲਾ ਜਹਾਨ ਨਹੀਂ ਮਿਲੇਗਾ। ਕਦੇ ਸੋਚਣਾ ਵਿਚਾਰਨਾ, ਜਿਹੜੇ ਮਾਪੇ ਸੋਚ ਕੇ ਗਲਤੀ ਕਰ ਰਹੇ ਨੇ ਬੱਚੇ ਨੂੰ ਦੂਰ ਭੇਜ ਦਿਆਂਗੇ, ਜਿਹੜੇ ਬੱਚੇ ਗਲਤੀ ਕਰ ਰਹੇ ਨੇ ਕਿ ਅਸੀਂ ਮਾਪਿਆਂ ਤੋਂ ਦੂਰ ਚਲੇ ਜਾਵਾਂਗੇ, ਜਿਹੜਾ ਬੱਚਾ, ਮੈਂ ਤਾਂ ਇਸ ਸਾਈਕੈਟਰੀ ਦਾ ਇੱਕ ਪੁਆਇੰਟ ਪੜ੍ਹਿਆ ਸੀ, ਜਿਹੜਾ ਬੱਚਾ ਮਾਂ ਤੋਂ ਲੁਕ ਕੇ ਕੁਛ ਵੀ ਕਰਨਾ ਚਾਹੁੰਦਾ ਹੈ ਨਾ, ਉਹ ਗਲਤ ਹੈ। ਮਾਂ ਤੋਂ ਲੁਕਾ ਛਿਪਾ ਆਪਣੇ ਆਪ ਵਿੱਚ ਗਲਤ ਹੈ। ਮਾਂ ਤੋਂ ਦੂਰ ਜਾਣਾ, ਇੱਕ ਕਵੀ ਲਿਖਦਾ, ਤੈਥੋਂ ਵੱਖ ਹਾਂ, ਮਾਂ ਨੂੰ ਕਹਿੰਦਾ ਤੈਥੋਂ ਵੱਖ ਹਾਂ ਕੱਖ ਹਾਂ। ਮਾਂ ਦੀ ਕਦਮਾਂ ਥੱਲੇ ਜੰਨਤ ਹੈ, ਮਾਂ ਦੇ ਕਦਮਾਂ ਗੋਦ ਅੰਦਰ ਜਹਾਨ ਹੈ। ਮਾਂ ਤੇਰੀ ਹਿੱਕ ਅੰਦਰ ਸਮੁੰਦਰ ਹੈ। ਇਹ ਮਾਂ, ਤੇਰੇ ਖੂਨ ਦੇ ਕਤਰੇ ਤੋਂ ਮੈਂ ਪੂਰਾ ਤੁਲ ਕੇ ਵੀ ਕੀਮਤ ਚੁਕਾ ਨਹੀਂ ਸਕਦਾ। ਇਹ ਮਾਂ, ਤੇਰੇ ਦੁੱਧ ਦੇ ਕਤਰੇ ਤੋਂ ਵੀ ਪੂਰਾ ਤੁਲ ਕੇ ਕੀਮਤ ਚੁਕਾ ਨਹੀਂ ਸਕਦਾ। ਪਤਾ ਨਹੀਂ ਕਿਸ ਤਰ੍ਹਾਂ ਲੋਕੀ ਆਪਣੀ ਮਾਂ ਤੋਂ ਮੁਨਕਰ ਹੋ ਜਾਂਦੇ ਨੇ। ਪਤਾ ਨਹੀਂ ਕਿਸ ਤਰ੍ਹਾਂ ਲੋਕੀ ਪ੍ਰਾਪਰਟੀ ਦੇ ਝਗੜਿਆਂ ਪਿੱਛੇ ਮਾਂ ਨੂੰ ਕਚਹਿਰੀ 'ਚ ਖੜਾ ਕਰ ਲੈਂਦੇ ਨੇ। ਪਤਾ ਨਹੀਂ ਉਹਨਾਂ ਨੂੰ ਇਹ ਕੀਮਤ ਕਿਉਂ ਨਹੀਂ ਪਤਾ।
ਉਹ ਆਪਣੀ ਮਾਂ ਨੂੰ ਕਿਉਂ ਇਗਨੋਰ ਕਰ ਜਾਂਦੇ ਨੇ। ਕਿਤਨੇ ਕਿਰਤ ਕਣ ਹੋ ਗਏ ਹਾਂ ਅਸੀਂ। ਇਹ ਮਾਂ ਤੇਰੇ ਦੁੱਧ ਦੇ ਕਤਰੇ ਤੋਂ ਵੀ ਮੈਂ ਪੂਰਾ ਤੁਲ ਕੇ ਕੀਮਤ ਚੁਕਾ ਨਹੀਂ ਸਕਦਾ। ਇਹ ਮਾਂ ਤੇਰੀ ਨਿੱਘੀ ਨਿਸਵਾਰਥ, ਸ਼ੀ ਇਜ਼ ਨਾਟ ਸੈਲਫਿਸ਼ ਐਵਰ, ਤੇਰੀ ਨਿੱਘੀ ਨਿਸਵਾਰਥ ਇੱਕ ਨਜ਼ਰ ਤੋਂ ਮੈਂ ਸਾਰਾ ਕੁਰਬਾਨ ਹੋ ਕੇ ਵੀ ਕੀਮਤ ਚੁਕਾ ਨਹੀਂ ਸਕਦਾ। ਮਾਂ ਤੋਂ ਅਸੀਂ ਓਲੇ ਨਾ ਹੋਈਏ। ਮਾਂ ਦੇ ਨਾਲ ਜੀਣਾ ਸਿੱਖ ਲਿਆ, ਮਾਂ ਦੇ ਗੁਣਾਂ ਨੂੰ ਸਿੱਖ ਲਿਆ। ਇੱਕ ਵਾਰੀ ਇਸ ਪੁਆਇੰਟ ਨੂੰ ਮੈਂ ਡਿਸਕਸ ਕੀਤਾ ਸੀ ਕਿ ਧਰਤੀ ਤੇ 3 ਕਿਸਮਾਂ ਦੇ ਮਨੁੱਖ ਹੁੰਦੇ ਨੇ। ਇੱਕ ਹੁੰਦੇ ਨੇ ਸੰਤ ਰੂਪ। ਸੰਤਾਂ ਦਾ ਕੰਮ ਕੀ ਹੈ? ਲੋਕਾਂ ਨੂੰ ਦੱਸ ਦੇਣਾ, ਲੋਕੀ ਟੁਰਨ ਜਾਂ ਨਾ ਟੁਰਨ, ਲੋਕਾਂ ਦੇ ਦੁੱਖ ਵਿੱਚ ਸਾਂਝ ਨਾ ਕਰਨੀ, ਆਪਣਾ ਪੱਲਾ ਝਾੜ ਕੇ ਚਲੇ ਜਾਣਾ, ਆਪਣੀ ਮਾਇਆ ਲੈ ਕੇ ਆਪਣੇ ਡੇਰੇ ਚਲਾਣਾ, ਆਪਣਾ ਸਿਮਰਨ ਕਰਦੇ ਰਹਿਣਾ। ਦੇ ਆਰ ਨਾਟ ਕੰਸਰਨਡ ਅਬਾਊਟ ਯੂਅਰ ਪੇਨ। ਉਹ ਸੰਤ। ਇੱਕ ਹੁੰਦੇ ਨੇ ਸਾਇੰਟਿਸਟ। ਦੇ ਆਰ ਕੰਸਰਨਡ ਕਿ ਲੋਕਾਂ ਦਾ ਭਲਾ ਕਿਵੇਂ ਹੋਵੇ। ਦੇ ਕ੍ਰੀਏਟ ਮਸ਼ੀਨਸ ਐਂਡ ਇਜਾਦ ਕਰਦੇ ਨੇ ਨਵੀਆਂ ਚੀਜ਼ਾਂ ਕਿ ਇਨਸਾਨੀਅਤ ਦਾ ਭਲਾ ਕਿਵੇਂ ਹੋਵੇ। ਤੀਜਾ ਹੁੰਦਾ ਹੈ ਉਸ ਸਾਇੰਟਿਸਟ ਅਤੇ ਸੰਤ ਨੂੰ ਫਿਰ ਵੀ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਵਰਤੋ ਜਾਂ ਨਾ ਵਰਤੋ, ਤੁਹਾਡਾ ਦੁੱਖ ਜਾਏ ਜਾਂ ਨਾ ਜਾਏ। ਇੱਕ ਤੀਜੀ ਕਿਸਮ ਹੁੰਦੀ ਹੈ ਮਾਂ। ਉਹ ਕੋਈ ਵੀ ਆਦਮੀ, ਇਨਸਾਨ, ਛੋਟਾ ਵੱਡਾ ਕੋਈ ਵੀ ਹੋ ਸਕਦਾ, ਮੇਲ ਫੀਮੇਲ। ਮਾਂ ਕੀ ਕਰਦੀ ਹੈ? ਮਾਂ ਪਤਾ ਕੀ ਕਹਿੰਦੀ ਹੈ? ਤੇਰਾ ਦੁੱਖ ਮੇਰਾ ਹੈ। ਇਸੇ ਕਰਕੇ ਜਦੋਂ ਅੱਧੀ ਰਾਤੀ ਸੁੱਤੀ ਹੁੰਦੀ ਹੈ, ਬੱਦਲ ਗੱਜ ਰਹੇ ਨੇ, ਸੁੱਤੀ ਰਹਿੰਦੀ ਹੈ, ਪਰ ਜੇ ਬੱਚੇ ਨੂੰ ਬੁਖਾਰ ਚੜੇ ਔਰ ਬੱਚਾ ਜ਼ਰਾ ਜਿਹਾ ਊਂ ਕਰੇ ਤੇ ਜਾਗ ਪੈਂਦੀ ਹੈ ਇਤਨੇ ਰੋਲੇ 'ਚ। ਤੇਰਾ ਦੁੱਖ ਮੇਰਾ ਹੈ। ਇਹ ਮਾਂ ਬਿਰਤੀ ਅਸੀਂ ਸਾਰਿਆਂ ਨੇ ਸਿੱਖਣੀ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਦੇ ਸ਼ਬਦ ਵਿੱਚ ਮਾਤਾ ਮਤ ਪਿਤਾ ਸੰਤੋਖ ਸਿਖਾ ਰਹੇ ਨੇ ਕਿ ਮਤ ਤੇਰੀ ਮਾਂ ਬਣ ਜਾਏ, ਤੈਨੂੰ ਇਹ ਵਾਲੇ ਗੁਣ ਸਮਝ ਆ ਜਾਣ ਤੇ ਸਾਰੀਆਂ ਦੁਨੀਆ ਦੀਆਂ ਮਾਵਾਂ ਨੂੰ ਬੜੇ ਸਤਿਕਾਰ, ਪਿਆਰ ਅਤੇ ਭਿੱਜੇ ਹੋਏ ਜਜ਼ਬਾਤਾਂ ਅਤੇ ਕੋਮਲ ਹਿਰਦੇ ਨਾਲ ਦੁਨੀਆ ਭਰ ਦੀਆਂ ਮਾਵਾਂ ਨੂੰ ਬੜੇ ਲਾਡ ਸਹਿਤ ਮੈਂ ਇਹ ਕਵਿਤਾ ਸਮਰਪਿਤ ਕਰਦਾ।